ਵਾਹਿਗੁਰੂ जी का खालसा श्री वाहिगुरू जी की फतेह। रोज़ाना टाइम्स देखने वाले सारी सिख संगत का स्वागत है। अज ਜਿਹੜੇ ਸਥਾਨ ਤੇ ਖੜੇ ਆ ਇਹ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਆ, ਜਿਸ ਨੂੰ ਕਈ ਚਿਰਾਂ ਤੋਂ ਉਸੇ ਤਰ੍ਹਾਂ ਦੀ ਖੰਡਰ ਹੋਈ ਪਈ ਸੀ ਔਰ ਸਿੱਖ ਸੰਗਤ ਦੀ ਇਹ ਵੀ ਮੰਗ ਸੀ ਕਿ ਇਸ ਹਵੇਲੀ ਦਾ ਨਿਰਮਾਣ ਕਰਵਾਇਆ ਜਾਵੇ, ਮੁੱਢ ਤੋਂ ਇਸ ਹਵੇਲੀ ਨੂੰ ਦੁਬਾਰਾ ਸਰਜੀਤ ਕੀਤਾ ਜਾਵੇ, ਕਿਉਂਕਿ ਕਈ ਚਿਰਾਂ ਤੋਂ ਇਹ ਹਵੇਲੀ ਇਸੇ ਤਰ੍ਹਾਂ ਪਈ ਆ ਔਰ ਇਸ ਹਵੇਲੀ ਦੀ ਜਿਹੜੀ ਹਾਲਤ ਸੀ ਉਹ ਬੇਹੱਦ ਨਾਜ਼ੁਕ ਸੀ। ਔਰ ਹੁਣ ਜਿਹੜੀ ਇਹ ਹਵੇਲੀ ਆ ਇਸ ਦਾ ਦੁਬਾਰਾ ਨਿਰਮਾਣ ਹੋ ਰਿਹਾ, ਭਾਵੇਂ ਕਿ ਹਾਈ ਕੋਰਟ ਦੇ ਵੀ ਕਈ ਨਿਰਦੇਸ਼ ਆਏ ਸੀ, ਆਦੇਸ਼ ਆਏ ਸੀ ਕਿ ਵੀ ਇਸ ਨੂੰ ਨਹੀਂ ਢਾਉਣਾ ਜਾਂ ਇਸ ਨੂੰ ਦੁਬਾਰਾ ਨਿਰਮਾਣ ਨਹੀਂ ਕਰਨਾ, ਪਰ ਸਿੱਖ ਸੰਗਤ ਦੇ ਜ਼ੋਰ ਸਦਕਾ ਹੌਲੀ ਹੌਲੀ ਇਸ ਹਵੇਲੀ ਦਾ ਜਿਹੜਾ ਨਿਰਮਾਣ ਦੁਬਾਰਾ ਸ਼ੁਰੂ ਹੋਇਆ। ਅੱਜ ਦਰਸ਼ਨ ਕਰਵਾਵਾਂਗੇ ਪੂਰੇ ਇਸ ਦੀਵਾਨ ਟੋਡਰ ਮੱਲ ਦੀ ਜਿਹੜੀ ਜਹਾਜ਼ ਹਵੇਲੀ ਦੇ, ਕਿਸ ਤਰ੍ਹਾਂ ਦੀ ਹਵੇਲੀ ਆ, ਵਿੱਚੋਂ ਕਿਸ ਤਰ੍ਹਾਂ ਦੀ ਆ, ਕਿਵੇਂ ਦੁਬਾਰਾ ਨਿਰਮਾਣ ਕਰਨਾ ਔਰ ਕਿਹੜੀ ਸਿੱਖ ਸੰਗਤ ਜਿਹੜਾ ਇਸ ਦਾ ਨਿਰਮਾਣ ਕਰਵਾ ਰਹੀ ਆ ਔਰ ਕਿਹਨਾਂ ਨੇ ਇਹਦਾ ਜ਼ਿੰਮੇਵਾਰੀ ਕਿਸ ਨੂੰ ਸੌਂਪੀ। ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਗਿਆ ਕਿ ਇਸ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਵਿਦੇਸ਼ਾਂ ਦੀ ਸੰਗਤ ਨੂੰ ਸੌਂਪੀ ਗਈ ਆ। ਸੋ ਦਰਬਾਰਾ ਇਹ ਵੀ ਇੱਕ ਉਪਰਾਲਾ ਕਿ ਇਸ ਹਵੇਲੀ ਨੂੰ ਦੁਬਾਰਾ ਤੋਂ ਸਰਜੀਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਇਸ ਨੂੰ ਦੁਬਾਰਾ ਹੁਣ ਇੱਕ ਨਵੀਂ ਦਿੱਖ ਦਿੱਤੀ ਜਾਵੇਗੀ। ਆਓ ਚੱਲਦੇ ਹਾਂ ਹਵੇਲੀ ਦੇ ਅੰਦਰ, ਕਿਸ ਤਰ੍ਹਾਂ ਦੀ ਇਸ ਹਵੇਲੀ ਦੀ ਦਿੱਖ ਔਰ ਕਿਸ ਤਰ੍ਹਾਂ ਇਸ ਹਵੇਲੀ ਦੇ ਅੰਦਰਲਾ ਜਿਹੜਾ ਵਿਊ ਆ ਕਿਸ ਤਰ੍ਹਾਂ ਦਾ ਉਹ ਦੇਖਦੇ ਹਾਂ। ਪਵਿੱਤਰ ਸਥਾਨ ਟੋਡਰ ਮੱਲ ਦੀ ਹਵੇਲੀ ਆ, ਜਿਹੜੀ ਹਾਲਤ ਤੁਹਾਨੂੰ ਮੈਂ ਦਿਖਾ ਸਕਦਾ ਪਹਿਲਾਂ ਇਹ ਤੋਂ ਵੀ ਬੇਹੱਦ ਨਾਜ਼ੁਕ ਸੀਗੀ, ਕਿਉਂਕਿ ਦੀਵਾਨ ਟੋਡਰ ਮੱਲ ਦਾ ਜਿਹੜਾ ਸਿੱਖ ਧਰਮ ਤੇ ਜੋ ਦੀਵਾਨ ਟੋਡਰ ਮੱਲ ਜੀ ਨੇ ਜਿਹੜਾ ਸਿੱਖ ਧਰਮ ਨੂੰ ਜੋ ਦੇਣ ਦਿੱਤੀ ਆ ਉਹਦਾ ਮੁੱਲ ਆਪਾਂ ਕਦੇ ਨਹੀਂ ਮੋੜ ਸਕਦੇ, ਪਰ ਉੱਥੇ ਹੀ ਜਿਹੜੀ ਉਹਨਾਂ ਦੀ ਹਵੇਲੀ ਸੀ ਕਈ ਸਾਲਾਂ ਤੋਂ ਕਈ ਚਿਰਾਂ ਤੋਂ ਉਸੇ ਤਰ੍ਹਾਂ ਪਈ ਸੀ। ਹਾਲਾਂਕਿ ਇਹਦਾ ਜਿਹੜਾ ਪੰਜਾਬ ਦੇ ਵਿੱਚ ਸਰਕਾਰਾਂ ਆਈਆਂ ਨੇ ਉਹਨਾਂ ਨੂੰ ਵੀ ਮੁੱਦਾ ਚੱਕਿਆ ਗਿਆ, ਸ਼੍ਰੋਮਣੀ ਕਮੇਟੀ ਵਿੱਚ ਵੀ ਮੁੱਦੇ ਚੱਕੇ ਗਏ ਕਿ ਜਿਹੜਾ ਹਵੇਲੀ ਆ ਹਵੇਲੀ ਦਾ ਧਿਆਨ ਰੱਖਿਆ ਜਾਵੇ, ਕਿਉਂਕਿ ਇਤਿਹਾਸਕ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਸਾਂਭ ਸੰਭਾਲ ਕੇ ਰੱਖਣਾ, ਆਉਣ ਵਾਲੀ ਪੀੜ੍ਹੀ ਨੂੰ ਦਿਖਾਉਣਾ ਆਪਣਾ ਫਰਜ਼ ਹੁੰਦਾ। ਉਸੇ ਬਾਬਤ ਸਾਡੇ ਨਾਲ ਜੁੜੇ ਹੋਏ ਨੇ ਸਿੰਘ ਸਾਹਿਬ ਜੀ, ਮੈਂ ਇਹਨਾਂ ਦਾ ਸਵਾਗਤ ਕਰਦਾ। ਪਹਿਲਾਂ ਜੀ ਤੁਹਾਡਾ ਸਾਡੇ ਰੋਜ਼ਾਨਾ ਟਾਈਮਸ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਪਹਿਲਾਂ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਜੀ। ਮੈਂ ਇੱਥੇ ਆਰਕੀਟੈਕਟ ਤੇ ਕੰਟਰੈਕਟਰ ਹਾਂ ਜੀ। ਮੇਰਾ ਨਾਮ PS ਸੋਹਲ ਹੈ ਜੀ। ਤੇ ਜਿੰਨਾ ਵੀ ਇਹ ਕਾਰਜ ਹੋ ਰਿਹਾ ਜੀ, ਮਤਲਬ SGPC ਵੱਲੋਂ, ਬਾਹਰਲੀ ਸਿੱਖ ਸੰਗਤ ਵੱਲੋਂ, ਆਰਕੀਓਲੋਜੀ ਡਿਪਾਰਟਮੈਂਟ ਵੱਲੋਂ ਮੈਨੂੰ ਸੇਵਾ ਦਿੱਤੀ ਗਈ ਹੈ ਜੀ। ਅੱਛਾ, ਜਿੱਦਾਂ ਕਿ ਇਸ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਹੈ ਨਾ ਜੀ, ਦੀਵਾਨ ਟੋਡਰ ਮੱਲ ਜੀ ਦੀ, ਔਰ ਇਹਦੀ ਜਿਹੜੀ ਹਾਲਤ ਆ ਜਿਵੇਂ ਕਿ ਇਹ ਜਿਹੜੀਆਂ ਵਿਰਾਸਤੀ ਹੈ ਨਾ ਇੱਟਾਂ ਨੇ, ਪੁਰਾਣੀਆਂ ਇੱਟਾਂ ਨੇ, ਫਿਰ ਉਸੇ ਤਰ੍ਹਾਂ ਦੀ ਇੱਟਾਂ ਦੇ ਨਾਲ ਉੱਦਾਂ ਹੀ ਸਾਰਾ ਮਟੀਰੀਅਲ। ਹਾਂਜੀ, ਜਿੱਦਾਂ ਇਹ ਪੁਰਾਣੇ ਸਮੇਂ 'ਚ ਬਣਾਇਆ ਗਿਆ ਜੀ, ਉਹੀ ਮਟੀਰੀਅਲ ਯੂਜ਼ ਕਰਕੇ ਇਸ ਨੂੰ ਦੁਬਾਰਾ ਅਸੀਂ ਰੀਸਟੋਰ ਕਰ ਰਹੇ ਹਾਂ। ਮਤਲਬ ਸਾਂਭ ਸੰਭਾਲ ਜਿੱਦਾਂ ਇਹ ਖੜੀ ਹੈ ਐਜ਼ ਇਟ ਇਜ਼ ਉੱਦਾਂ ਹੀ ਮੇਨਟੇਨ ਕਰਨੀ ਹੈ, ਕੋਈ ਪੁਰਾਤਨ ਦੇਖੇ ਦੀ ਖਰਾਬ ਨਹੀਂ ਕਰਨੀ, ਕੋਈ ਇਹਦੇ 'ਚ ਨਵੀਂ ਐਲਟਰੇਸ਼ਨ ਨਹੀਂ ਕਰ ਸਕਦੇ, ਨਾ ਅਸੀਂ ਇਹਦੇ 'ਚ ਕੋਈ ਚੀਜ਼ ਤੋੜ ਭੰਨ ਕਰ ਸਕਦੇ ਹਾਂ। ਕੋਰਟ ਦਾ ਸਖਤ ਆਰਡਰ ਹੈ ਵੀ ਇਹਨੂੰ ਜਿੱਦਾਂ ਹੈ ਉੱਦਾਂ ਹੀ ਮੇਨਟੇਨ ਕੀਤਾ ਜਾਏ, ਸਾਂਭਿਆ ਜਾਏ। ਇਹ ਹਾਈ ਕੋਰਟ ਦੇ ਆਰਡਰ ਆਏ ਨੇ ਜਿਹੜੇ ਪੰਜਾਬ? ਹਾਂਜੀ, ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰ ਹੈ ਜੀ। ਉਹਨਾਂ ਨੇ ਇਹਨੂੰ ਹਿਸਟੋਰੀਕਲ ਮੋਨੂਮੈਂਟ ਵਿਰਾਸਤੀ ਇਮਾਰਤ ਘੋਸ਼ਿਤ ਕੀਤਾ, ਜਿੱਦਾਂ ਕਿ ਤਾਜ ਮਹਿਲ ਹੋ ਗਿਆ, ਲਾਲ ਕਿਲ੍ਹਾ ਜੀ, ਕਿਲ੍ਹੇ ਹੁੰਦੇ ਨੇ। ਤੇ ਹੁਣ ਜੇ ਇਹਦੇ ਨਾਲ ਕੋਈ ਛੇੜਖਾਨੀ ਕਰਦਾ ਜੀ ਤੇ ਉਹਦੇ ਤੇ ਸਖਤ ਕਾਰਵਾਈ ਕੋਰਟ ਦੇ ਬਣਦੇ ਕਾਨੂੰਨ ਦੇ ਹਿਸਾਬ ਨਾਲ ਦਿੱਤੀ ਜਾਊਗੀ। ਅੱਛਾ, ਜਿੱਦਾਂ ਕਿ ਜਿਹੜਾ ਪ੍ਰਬੰਧ ਆ ਜਿਹੜਾ ਹੈ ਨਾ ਦੁਬਾਰਾ ਇਸ ਦੀ ਜਿਹੜੀ ਦੁਬਾਰਾ ਨਿਰਮਾਣ ਹੋ ਰਿਹਾ, ਇਸ ਦਾ ਨਿਰਮਾਣ ਦਾ ਪ੍ਰਬੰਧ ਕਿਸ ਨੂੰ ਦਿੱਤਾ ਗਿਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਾ ਰਹੀ ਆ ਜਾਂ ਕਿਹੜਾ ਦਲ ਕਰਵਾ ਰਿਹਾ? ਇਹ ਦੇਖੋ ਜੀ, ਇੱਕ ਫਾਊਂਡੇਸ਼ਨ ਬਣੀ ਹੈ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ। ਇਹਨਾਂ ਦੇ ਮਤਲਬ ਜਿਹੜੇ ਅੱਗੇ ਫੰਡਿੰਗ ਕਰ ਰਹੇ ਨੇ ਬਾਹਰਲੀ ਕੈਨੇਡਾ, ਇੰਗਲੈਂਡ, ਅਮਰੀਕਾ ਦੀ ਸੰਗਤ ਹੈ। ਤੇ ਇਹ ਟਰਸਟ ਨੂੰ ਕੋਰਟ ਨੇ ਫਿਲਹਾਲ ਆਰਡਰ ਕੀਤਾ ਵੀ ਕਿ ਤੁਸੀਂ ਮਤਲਬ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਹੈ ਤੇ ਇਹਨਾਂ ਪੰਜਾਬ ਸਰਕਾਰ ਜਿਹਨੂੰ ਆਰਕੀਓਲੋਜੀ ਸਰਵੇ ਆਫ ਇੰਡੀਆ ਡਿਪਾਰਟਮੈਂਟ ਹੈ ਜੀ, ਪੁਰਾਤੱਤਵ ਵਿਭਾਗ, ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਿ ਤੁਸੀਂ ਆਪਣੀ ਦੇਖ ਰੇਖ ਦੇ ਵਿੱਚ ਇਹ ਕੰਮ ਕਰਵਾਓ। ਔਰ ਕਦੋਂ ਤੋਂ ਇਹ ਜਿਹੜਾ ਦੁਬਾਰਾ ਨਿਰਮਾਣ ਦਾ ਕੰਮ ਕਦੋਂ ਤੋਂ ਸ਼ੁਰੂ ਕੀਤਾ ਗਿਆ ਜੀ? ਇਹ 28 ਸਤੰਬਰ ਤੋਂ ਅਸੀਂ ਸ਼ੁਰੂ ਕੀਤਾ ਜੀ। ਤੇ ਥੋੜ੍ਹਾ ਸਮਾਂ ਉਸ ਤੋਂ ਪਹਿਲਾਂ ਵੀ ਚੱਲ ਰਿਹਾ ਸੀਗਾ। ਪ੍ਰੋਪਰ 28 ਸਤੰਬਰ ਤੋਂ ਅਸੀਂ ਇਹਦਾ ਮਤਲਬ ਚੱਲ ਰਹੇ ਹਾਂ ਤੇ 2-4 ਮਹੀਨਿਆਂ ਦੇ ਵਿੱਚ ਅਸੀਂ ਇਹਨੂੰ ਖਤਮ ਕਰ ਦਾਂਗੇ ਜੋ ਕੰਮ ਹੈ। ਇੱਥੇ ਹੀ ਜਿੱਦਾਂ ਆਪਾਂ ਕਹਿ ਦਈਏ, ਤੁਸੀਂ ਮੈਨੂੰ ਆਫ ਕੈਮਰਾ ਕਹਿ ਰਹੇ ਸੀ, ਜਿਹੜਾ ਉੱਪਰਲੇ ਪਾਸੇ ਜਿਹੜਾ ਦੁਬਾਰਾ ਤੁਸੀਂ ਨਕਸ਼ਾ ਬਣਾਇਆ ਹੈ ਨਾ ਔਰ ਇਹ ਪੁਰਾਣਾ ਹੈ, ਇਹ ਉਸੇ ਤਰੀਕੇ ਦੇ ਨਾਲ ਦੁਬਾਰਾ ਇਸ ਦਾ ਨਿਰਮਾਣ ਕਰਵਾਇਆ ਜਾਏਗਾ? ਹਾਂਜੀ, ਜਿਹੜੀ ਤੁਸੀਂ ਪਹਿਲੀ ਤਸਵੀਰ ਉੱਪਰ ਦੇਖ ਰਹੇ ਹੋ ਜੀ, ਵਾਈਟ ਕਲਰ ਦੀ ਬਿਲਡਿੰਗ ਬਣੀ ਹੈ, ਉਹ ਮੈਂ ਆਪਣੇ ਹੱਥ ਨਾਲ 3D ਡਿਜ਼ਾਈਨ ਤਿਆਰ ਕੀਤਾ। ਇਹਦਾ ਇੰਚ ਬਾਈ ਇੰਚ ਦੀ ਮੈਜ਼ਰਮੈਂਟ ਕਰਕੇ, ਨਪਾਈ ਕਰਕੇ, ਪੂਰਾ ਮਤਲਬ ਆਪਣੇ ਤਜਰਬੇ ਦੇ ਹਿਸਾਬ ਨਾਲ ਇਹਦਾ ਨਕਸ਼ਾ ਜੋ ਸਟਰਕਚਰ ਇਸ ਟਾਈਮ ਖੜਿਆ ਉਹਨੂੰ ਦੇਖ ਕੇ ਤਿਆਰ ਕੀਤਾ ਹੈ ਕਿ ਕਿਸੇ ਟਾਈਮ ਇਹ ਜਿਹੜੀ ਹਵੇਲੀ ਸੀ ਇਸ ਤਰ੍ਹਾਂ ਦਿਖਦੀ ਸੀ।
ਔਰ ਇਹ ਜਿਹੜਾ ਤੁਸੀਂ ਜਿਵੇਂ ਕਹਿ ਦਈਏ ਪੰਜਾਬੀ ਵਿੱਚ ਫੁਰਨੇ ਦੇ ਮੁਤਾਬਿਕ ਨਾ ਦਿਮਾਗ ਵਿੱਚ ਜਿਸ ਤਰ੍ਹਾਂ ਦਾ ਫੁਰਨਾ ਆਇਆ ਉਸ ਬਾਬਤ ਕਹਿ ਦਿੱਤਾ ਪਰ ਫੁਰਨਾ ਨਹੀਂ ਕਹਿ ਸਕਦੇ ਜੀ, ਮਤਲਬ ਐਕਸਪੀਰੀਅੰਸ ਹੈ। ਜਿਵੇਂ ਅਸੀਂ ਡਾਕਟਰ ਨਬਜ਼ ਦੇ ਕੇ ਰੋਗ ਪਹਿਚਾਣ ਲੈਂਦੇ ਨੇ, ਅਸੀਂ ਆਰਕੀਟੈਕਟ ਹਾਂ, ਅਸੀਂ ਬਿਲਡਿੰਗ ਦਾ ਸਟਰਕਚਰ ਦੇਖ ਕੇ ਸਮਝ ਜਾਂਦੇ ਹਾਂ ਕਿ ਕਿੱਧਰ ਨੂੰ ਕਿਹੜੀ ਦੀਵਾਰ ਜਾ ਰਹੀ ਹੈ ਜਾਂ ਲੈਂਟਰ ਕਿੱਥੇ ਪਿਆ ਹੋਇਆ। ਕੁਦਰਤੀ ਦੇ ਵਿੱਚ ਰੱਬ ਦੀ ਮਤਲਬ ਮਿਹਰ ਕਹਿ ਲਓ, ਕੁਛ ਹਿੱਸੇ ਹੈ ਜੇ ਬਚੇ ਹੋਏ ਸੀ ਜਿਨ੍ਹਾਂ ਨੇ ਸਾਨੂੰ ਅੱਗੇ ਹੈਲਪ ਕੀਤੀ ਕਿ ਇਸ ਜਗ੍ਹਾ 'ਤੇ ਆਹ ਚੀਜ਼ ਸੀ, ਅਤੇ ਬਾਕੀ ਕੁਝ ਖੁਦਾਈ ਦੇ ਵਿੱਚੋਂ ਪੁਰਾਣਾ ਬਾਥਰੂਮ, ਟੋਇਲਟ, ਗੁਸਲਖਾਨਾ ਜਿਹੜਾ ਉਹ ਵੀ ਕੱਢਿਆ ਸੀ। ਖੁਦਾਈ ਹੋ ਰਹੀ ਹੈ, ਮੈਂ ਬਾਅਦ ਚੋਂ ਆਫ ਕੈਮਰੇ ਤੇ ਵੀ ਤੁਹਾਡੇ ਤੇ ਨਿਗਾਹਾਂ ਮਾਰਾਂਗਾ। ਅਸੀਂ ਦੇਖ ਰਹੇ ਸੀਗੇ ਖੁਦਾਈ ਕੀਤੀ ਗਈ ਦੁਆਰਾ। ਖੁਦਾਈ ਕਰਨ ਤੋਂ ਬਾਅਦ ਕੁਝ ਕੁ ਅਜਿਹੀਆਂ ਚੀਜ਼ਾਂ ਬਰਾਮਦ ਹੋਈਆਂ ਨੇ ਜਾਂ ਮਿਲੀਆਂ ਨੇ ਜਿਹੜੀਆਂ ਜਿਵੇਂ ਉਸ ਵਕਤ ਦੀ। ਇੱਕ ਤਾਂ ਜੀ ਪੁਰਾਣਾ ਟੋਇਲਟ ਨਿਕਲਿਆ ਜੀ, ਜੀ ਇੰਡੀਅਨ ਟੋਇਲਟ ਜਿਹਨੂੰ ਕਹਿੰਦੇ ਆ ਉਸ ਟਾਈਮ ਦੀ। ਉਹਦੇ ਵਿੱਚ ਪਾਈਪਿੰਗ, ਡਰੇਨ ਪਾਈਪ ਪਈ ਹੋਈ ਹੈ, ਗੋਲ ਚੀਨੀ ਮਿੱਟੀ ਦੀ, ਚੂਨੇ ਦੀ ਜਾਂ ਸੈਰਾਮਿਕ ਦੀ ਪਕਾ ਕੇ ਨਾ ਪਾਈਪ ਲਗਾਈ ਗਈ ਹੈ ਪਾਣੀ ਦੀ ਨਿਕਾਸੀ ਲਈ। ਗੁਸਲਖਾਨਾ ਵੀ ਉਹਦੇ ਵਿੱਚੋਂ ਨਿਕਲਿਆ, 2.5-3 ਫੁੱਟ ਮਿੱਟੀ ਦੇ ਵਿੱਚੋਂ ਅਸੀਂ ਬਚਾ ਕੇ ਉਹਦੇ ਵਿੱਚ ਬਰੀਕੀ ਨਾਲ ਕੱਢਿਆ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਵਕਤ ਦਿੱਤਾ, ਕਿਉਂਕਿ ਤੁਸੀਂ ਵੀ ਆਪਣੇ ਕੰਮਾਂ ਦੇ ਰੁਝੇਵਿਆਂ ਵਿੱਚ ਸੀ, ਕਿਉਂਕਿ ਇਹ ਵੀ ਤਿਆਰੀ ਕਰਵਾ ਰਹੇ ਨੇ। ਵੈਸੇ ਜੋੜ ਮੇਲਾ ਜਿਹੜਾ ਨਜ਼ਦੀਕ ਆ ਰਿਹਾ, ਪਰ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਵੀ ਚੱਲ ਰਹੀਆਂ ਨੇ। ਹਾਲਾਂਕਿ ਸੰਗਤ ਦੀ ਇਹ ਵੀ ਮੰਗ ਸੀ ਕਿ ਜਿਹੜਾ ਆਹ ਹਵੇਲੀ ਆ, ਇਹ ਸਥਾਨ ਆ, ਇਸ ਨੂੰ ਪ੍ਰੋਪਰ ਉਸੇ ਤਰੀਕੇ ਦੇ ਨਾਲ ਇਸ ਦੀ ਸਾਂਭ ਸੰਭਾਲ ਕੀਤੀ ਜਾਵੇ। ਹਾਲਾਂਕਿ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਔਰ ਚਾਹੇ ਹਾਈ ਕੋਰਟ ਦੇ ਹੁਕਮ ਹੋਣ, ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਇਸ ਦਾ ਜਿਹੜਾ ਉਸੇ ਤਰ੍ਹਾਂ ਦਾ ਨਿਰਮਾਣ ਕਰਿਆ ਜਾਵੇ ਜਿਸ ਤਰ੍ਹਾਂ ਪਹਿਲਾਂ ਸੀ, ਕਿਉਂਕਿ ਇੱਟ ਪੱਟ ਕੇ ਕੋਈ ਵੀ ਚਾਹੇ ਪੰਥਕ ਪਾਰਟੀਆਂ ਨੇ ਭਾਵੇਂ ਸਰਕਾਰ ਨੇ ਉਸੇ ਤਰ੍ਹਾਂ ਨਹੀਂ ਲਾ ਸਕਦੀਆਂ। ਆਪਾਂ ਹੁਣ ਤੁਹਾਨੂੰ ਬਰੀਕੀ ਦੇ ਨਾਲ ਇਸ ਹਵੇਲੀ ਦੇ ਦਰਸ਼ਨ ਕਰਵਾਵਾਂਗੇ। ਜਿਹੜੀ ਟੋਡਰਮਲ ਦੀ ਜਹਾਜ਼ ਹਵੇਲੀ ਆ ਉਸ ਦੇ ਅੰਦਰ ਪਹੁੰਚ ਚੁੱਕੇ ਆ ਤੇ ਅੰਦਰ ਦੀ ਜਿਹੜੀ ਦੇਖਾ ਉਹ ਸਾਰੀ ਦੇ ਦਰਸ਼ਨ ਕਰਵਾਵਾਂਗੇ ਸਿੱਖ ਸੰਗਤ ਜੀਓ। ਔਰ ਇਸੇ ਬਾਬਤ ਸਾਡੇ ਨਾਲ ਗੱਲਬਾਤ ਕਰਨਗੇ ਕਿਹਨਾਂ ਨੇ ਇਸ ਹਵੇਲੀ ਦਾ ਦੁਬਾਰਾ ਨਿਰਮਾਣ ਕਰਵਾਇਆ। ਸੋ ਕਿਸ ਸੰਗਤ ਨੇ ਜ਼ਿੰਮੇਵਾਰੀ ਲਈ ਆ, ਔਰ ਸਾਡੇ ਨਾਲ ਧਾਰਨੀ ਸਾਹਿਬ ਐਡਵੋਕੇਟ ਜੁੜੇ ਨੇ। ਪਹਿਲਾਂ ਤਾਂ ਸਵਾਗਤ ਹੈ ਜੀ। ਥੈਂਕ ਯੂ ਜੀ, ਧੰਨਵਾਦ ਬਹੁਤ। ਜਿੱਦਾਂ ਕਿ ਜਹਾਜ਼ ਹਵੇਲੀ ਆ, ਹੈ ਨਾ, ਕਈ ਚਿਰਾਂ ਤੋਂ ਸਿੱਖ ਸੰਗਤ ਦੀ ਮੰਗ ਸੀ ਵੀ ਭਾਈ ਇਸ ਦਾ ਨਿਰਮਾਣ ਕਰਵਾਓ, ਹੈ ਨਾ, ਦੁਬਾਰਾ। ਅਤੇ ਹਾਲਾਂਕਿ ਸਰਕਾਰਾਂ ਲੰਘ ਚੁੱਕੀਆਂ ਨੇ, ਪਰ ਇਹਦਾ ਹੁਣ ਦੁਬਾਰਾ ਨਿਰਮਾਣ ਹੋਇਆ। ਦੇਖੋ, ਮੈਂ ਨਾ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜੀ ਕਿ 1947 ਤੋਂ ਬਾਅਦ ਜੀ ਜਿਹੜੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪੁਰਾਣੀਆਂ ਜਾਇਦਾਦਾਂ ਸੀ ਨਾ, ਉਹਨਾਂ ਦੀ ਅਣਦੇਖੀ ਹੋਈ, ਜਿਨ੍ਹਾਂ ਦੇ ਵਿੱਚ ਆਮ ਤੌਰ 'ਤੇ ਲੋਕਾਂ ਨੇ ਕੀ ਕਰਿਆ, ਜਿਨ੍ਹਾਂ ਦੇ ਕਬਜ਼ੇ 'ਚ ਸੀ, ਕਿਸੇ ਨੇ ਤੂੜੀ ਪਾ ਲਈ, ਕਿਸੇ ਨੇ ਜਿਹੜਾ ਹੈਗਾ ਡੰਗਰ ਬੰਨਣੇ ਸ਼ੁਰੂ ਕਰਤੇ। ਪਰ ਇਹ ਬੜੀ ਕਮਾਲ ਦੀ ਗੱਲ ਹੈਗੀ ਆ ਕਿ ਜਦੋਂ ਇਹ ਇੱਕ ਆਫਿਸਰ ਨੇ ਇਸ ਜਗ੍ਹਾ ਨੂੰ ਦੇਖਿਆ, ਉਹਨੇ ਹਿਸਟਰੀ ਤੋਂ ਕੱਢਿਆ, ਤਾਂ ਉਸ ਨੇ ਕੋਸ਼ਿਸ਼ ਕੀਤੀ ਕਿ ਇਸ ਜਗ੍ਹਾ ਨੂੰ ਜਿਹੜਾ ਹੈਗਾ ਸੰਭਾਲਿਆ ਜਾਵੇ। ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦਾ ਪਤਾ ਲੱਗਿਆ, ਤਾਂ ਜਦੋਂ ਇਹ ਸ਼ੁਰੂ ਕਾਰਵਾਈ ਕੀਤੀ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੇ ਉੱਤੇ ਉਹਨੇ ਰਜਿਸਟਰੀ ਕਰਾਈ। ਔਰ ਰਜਿਸਟਰੀ ਕਰਾਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਸਾਂਭ ਸੰਭਾਲ ਸ਼ੁਰੂ ਕੀਤੀ। ਔਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹੈ ਕਿ ਅੱਜ ਇਹ ਕਿਉਂਕਿ ਇੱਕ ਪੁਰਾਤਨ ਜਿਹੜੀ ਹੈਗੀ ਹੈ ਜਗ੍ਹਾ ਹੈਗੀ ਹੈ, ਪੁਰਾਤਨ, ਇਹਦੇ ਨਾਲ ਇੱਕ ਬਹੁਤ ਵੱਡੇ ਇਤਿਹਾਸ ਨੂੰ ਇਹ ਆਪਣੇ ਵਿੱਚ ਸੰਜੋਈ ਬੈਠੀ ਹੈ। ਜਦੋਂ ਇਹ ਸਾਰੀ ਖਬਰ ਕੁਝ ਵਿਅਕਤੀਆਂ ਨੂੰ ਪਤਾ ਲੱਗੀ, ਤਾਂ ਉਹਨਾਂ ਦੇ ਵਿੱਚ ਇੱਕ ਵਕੀਲ ਸਾਹਿਬ ਸੀ ਜਿਨ੍ਹਾਂ ਨੇ ਆਨਰੇਬਲ ਹਾਈ ਕੋਰਟ ਦੇ ਵਿੱਚ ਇੱਕ ਸਟੇ ਲੈ ਲਈ ਕਿ ਇਸ ਦੇ ਵਿੱਚ, ਕਿਉਂਕਿ ਇਹ ਪੁਰਾਤਤਵ ਵਿਭਾਗ ਹੈਗਾ, ਤੇ ਇਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹਦੀ ਦਿੱਖ ਨੂੰ ਵਿਗਾੜਿਆ ਨਾ ਜਾਵੇ, ਖਰਾਬ ਨਾ ਕੀਤਾ ਜਾਵੇ, ਤੇ ਇਸ ਨੂੰ ਤੋੜਿਆ ਫੋੜਿਆ ਨਾ ਜਾਵੇ। ਮੈਂ ਇੱਥੇ ਧੰਨਵਾਦ ਜਿਹੜਾ ਹੈਗਾ ਸਭ ਤੋਂ ਵੱਧ ਕੱਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ, ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਹੁਣ ਮੌਜੂਦਾ ਪ੍ਰਧਾਨ ਹੈ, ਇਹਨਾਂ ਦਾ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਕਰਦਾ ਕਿ ਉਹਨਾਂ ਨੇ ਜਦੋਂ ਇਹ ਪ੍ਰਧਾਨ ਬਣੇ, ਕਿਉਂਕਿ ਇਹ ਪੇਸ਼ੇ ਤੋਂ ਆਪ ਵੀ ਵਕੀਲ ਹੈਗੇ ਆ, ਇਹਨਾਂ ਨੇ ਜਾ ਕੇ ਜਾਤੀ ਤੌਰ ਤੇ ਆਪਣੀ ਪ੍ਰਧਾਨਗੀ ਨੂੰ ਪਿੱਛੇ ਛੱਡ ਕੇ ਇਹਨਾਂ ਨੇ ਜਾਤੀ ਤੌਰ ਤੇ ਜਾ ਕੇ ਆਨਰੇਬਲ ਹਾਈ ਕੋਰਟ ਦੇ ਨਾਲ ਵੀ ਔਰ ਉਸ ਵਕੀਲ ਸਾਹਿਬ ਦੇ ਨਾਲ ਵੀ ਗੱਲ ਕਰੀ, ਮੁਲਾਕਾਤ ਕੀਤੀ ਕਿ ਇਹ ਜਿਹੜੀ ਹੈਗੀ ਆ ਸੰਗਤਾਂ ਦੀ ਬੜੀ ਸ਼ਰਧਾ ਹੈ ਇਸ ਦੇ ਨਾਲ। ਔਰ ਇਸੇ ਦੌਰਾਨ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਇੱਕ ਦੀਵਾਨ ਟੋਡਰਮਲ ਵਿਰਾਸਤੀ ਹਵੇਲੀ ਜਿਹੜੀ ਹੈਗੀ ਆ, ਇਸ ਦਾ ਇੱਕ ਟਰਸਟ ਬਣਿਆ ਜਿਹਦੇ ਵਿੱਚ ਬਹੁਤ ਸਾਰੇ ਅਮਰੀਕਾ ਤੋਂ, ਕੈਨੇਡਾ ਤੋਂ ਔਰ ਇੰਗਲੈਂਡ ਤੋਂ ਸੰਗਤ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਸਾਰਾ ਖਰਚਾ ਅਸੀਂ ਕਰਾਂਗੇ, ਪਰ ਤੁਸੀਂ ਜਿਹੜਾ ਹੈਗਾ ਇਸ ਨੂੰ
ਮੌਜੂਦਾ ਜੋ ਇਹਦਾ ਸਟਰਕਚਰ ਹੈਗਾ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰੋ। ਤਾਂ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੀ ਰਿਕੁਐਸਟ ਨੂੰ ਮੰਨ ਕੇ ਉਸ ਟਾਈਮ ਦੇ ਜਿਹੜੇ ਇੱਥੇ ਦੇ ਆਪਣੇ ਆਨਰੇਬਲ ਹਾਈ ਕੋਰਟ ਔਰ ਵਕੀਲ ਸਾਹਿਬਾਨ ਨੇ, ਉਹਨਾਂ ਨੇ ਫਿਰ ਵਿਰਾਸਤੀ ਵਿਭਾਗ ਹੈ ਜਿਹੜਾ ਉਸ ਨੂੰ ਵਿੱਚ ਸ਼ਾਮਲ ਕਰਕੇ ਇਹ ਕਿਹਾ ਕਿ ਜੇ ਤੁਸੀਂ ਇਹਦਾ ਠੀਕ ਹੈ ਨਿਰਮਾਣ ਕਰਨਾ ਚਾਹੁੰਦੇ ਆ ਤਾਂ ਤੁਸੀਂ ਇੱਕ ਵੀ ਇੱਟ ਜਿਹੜੀ ਹੈਗੀ ਆ ਬਿਨਾਂ ਵਿਰਾਸਤੀ ਵਿਭਾਗ ਦੀ ਪੁੱਛ ਤੋਂ ਬਿਨਾਂ ਨਹੀਂ ਕਰ ਸਕਦੇ। ਤਾਂ ਹੁਣ ਜਿਹੜਾ ਹੈਗਾ ਵਿਰਾਸਤੀ ਵਿਭਾਗ ਨੂੰ ਇੱਕ ਐਪਲੀਕੇਸ਼ਨ ਜਿਹੜੀ ਹੈਗੀ ਹਮੇਸ਼ਾ ਹਾਈ ਕੋਰਟ ਦੇ ਵਿੱਚ ਦੇਣੀ ਪੈਂਦੀ ਆ। ਉਸ ਤੇ ਜਿਹੜੀ ਹੈਗੀ ਵਿਰਾਸਤੀ ਵਿਭਾਗ ਉਹਦਾ ਮੁਲਾਂਕਣ ਕਰਦਾ, ਉਸ ਤੋਂ ਬਾਅਦ ਫਿਰ ਉਹ ਇਜਾਜ਼ਤ ਦਿੰਦਾ, ਤਾਂ ਇੱਕ ਇੱਟ ਲੱਗਦੀ ਹੈਗੀ ਆ। ਸੋ ਅੱਜ ਇਹ ਖਾਸ ਤੌਰ ਤੇ ਉਹ ਮੈਂ ਸਮਝਦਾ ਹੈਗਾ ਜਿਹੜੀ ਬਾਹਰ ਦੀ ਸੰਗਤ ਹੈਗੀ ਆ ਜਿਹੜੀ ਨੇ ਇਹ ਵੀ ਕਿਹਾ ਕਿ ਇਸ ਜਗ੍ਹਾ ਦੇ ਵਿੱਚ ਕੋਈ ਕਿਸੇ ਤੋਂ ਇੱਕ ਪੈਸੇ ਦੀ ਵੀ ਜਿਹੜੀ ਹੈਗੀ ਆ ਅਮਦਾਦ ਨਹੀਂ ਲੱਤੀ ਜਾਊਗੀ। ਅਸੀਂ ਜਿਹੜਾ ਹੈਗਾ ਜਿਹੜਾ ਸਿੱਖ ਕੌਮ ਦੇ ਉੱਤੇ ਐਡਾ ਵੱਡਾ ਕਰਜ਼ਾ ਇਸ ਦੀਵਾਨ ਟੋਡਰਮਲ ਨੇ ਜੈਨ ਨੇ ਚੜਾਇਆ, ਉਸ ਨੂੰ ਉਤਾਰਿਆ ਤਾਂ ਨਹੀਂ ਜਾ ਸਕਦਾ, ਪਰ ਜੇ ਜਰਾ ਮਾਤਰ ਅਸੀਂ ਇਸ ਨੂੰ ਮਾੜਾ ਮੋਟਾ ਵੀ ਉਸ ਦੀ ਯਾਦ ਨੂੰ ਕਾਇਮ ਰੱਖ ਕੇ ਕਰ ਸਕੀਏ। ਹਾਲਾਂਕਿ ਪਿਛਲੇ ਟਾਈਮ ਦੇ ਵਿੱਚ ਚਾਹੇ ਦੀਵਾਨ ਟੋਡਰਮਲ ਹਾਲ ਹੈ, ਚਾਹੇ ਦੀਵਾਨ ਟੋਡਰਮਲ ਗੇਟ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰਾਂ ਵੱਲੋਂ ਬਣਾਏ ਗਏ, ਪਰ ਇਹ ਜਿਹੜੀ ਜਗ੍ਹਾ ਹੈਗੀ ਹੈ ਜਿਸ ਨੂੰ ਇਹ ਵੀ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਜਦੋਂ ਸਾਹਿਬਜ਼ਾਦਿਆਂ ਲਈ ਮੋਹਰਾਂ ਇਕੱਠੀਆਂ ਕਰਨੀਆਂ ਸੀ ਤੇ ਇਹਨੂੰ ਉਸ ਨੇ ਗਿਰਵੀ ਵੀ ਰੱਖਿਆ। ਔਰ ਇਹ ਜਗ੍ਹਾ ਜਿਹੜੀ ਹੈਗੀ ਆ ਐਡੀ ਅਨਮੋਲ ਜਗ੍ਹਾ ਹੈਗੀ ਹੈ, ਇਸ ਨੂੰ ਇਸ ਦੇ ਵਿੱਚ ਅੱਜ 3 ਧਿਰਾਂ ਹੈਗੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਰਾਸਤੀ ਤੇ ਜਿਹੜੇ ਬਾਹਰ ਵਾਲੇ ਜਿਹੜੇ ਹੈਗੀ ਆ ਸੰਗਤ, ਤਿੰਨੇ, ਔਰ ਤਿੰਨਾਂ ਦੇ ਸੁਮੇਲ ਦੇ ਨਾਲ ਇਹ ਸਾਰਾ ਕੁਝ ਜਿਹੜਾ ਹੈਗਾ ਇਹਨੂੰ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਔਰ ਮੈਂ ਦਰਸ਼ਕਾਂ ਲਈ ਵੀ ਬੇਨਤੀ ਕਰਦਾ ਹੈਗਾ ਕਿ ਇੱਥੇ ਆਓ, ਦੇਖੋ ਕਿ ਕਿਸ ਤਰ੍ਹਾਂ ਮਤਲਬ ਲੋਕ ਉਹ ਕਰ ਰਹੇ ਆ, ਪਰ ਕਿਸੇ ਚੀਜ਼ ਨੂੰ ਟੱਚ ਨਾ ਕਰੋ, ਕਿਉਂਕਿ ਇੱਥੇ ਇੱਕ ਰੋੜੀ ਵੀ ਜਿਹੜੀ ਹੈਗੀ ਆ ਉਹ ਢਾਈ ਨਹੀਂ ਜਾ ਸਕਦੀ, ਤੋੜੀ ਨਹੀਂ ਜਾ ਸਕਦੀ, ਚੱਕੀ ਨਹੀਂ ਜਾ ਸਕਦੀ। ਇਸ ਕਰਕੇ ਇਹ ਇੱਕ ਬਹੁਤ ਹੀ ਪਵਿੱਤਰ, ਇਹਦੀ ਇੱਕ ਇੱਕ ਇੱਟ ਹੈ ਜਿਹੜੀ ਬਹੁਤ ਪਵਿੱਤਰ ਹੈ। ਇਸ ਨੂੰ ਬਹੁਤ ਬਚਾ ਰੱਖੋ। ਇੱਥੇ ਜਦੋਂ ਆਉਂਦੇ ਆ ਤਾਂ ਆਪਣੇ ਮਨ ਦੇ ਵਿੱਚ ਉਹ ਟਾਈਮ ਜ਼ਰੂਰ ਲਿਆਓ, ਉਹ ਸ਼ਰਧਾ ਤੇ ਭਾਵਨਾ ਕਿ ਇੱਕ ਪਾਸੇ ਗੁਰੂ ਦੇ ਸਾਹਿਬਜ਼ਾਦੇ ਆ ਜਿਹੜੇ ਉਹਨਾਂ ਨੂੰ ਨੀਹਾਂ ਦੇ ਵਿੱਚ ਚੁਣਿਆ ਜਾ ਰਿਹਾ, ਉਹਨਾਂ ਦੇ ਸਰੀਰ ਹੈ ਜਿਹੜੇ ਉਹ ਕਿਲੇ ਦੇ ਬਾਹਰਲੇ ਪਾਸੇ ਇੱਕ ਜੰਗਲ ਦੇ ਵਿੱਚ ਸੁੱਟੇ ਪਏ ਆ, ਔਰ ਉਹਨਾਂ ਦੀ ਸ਼ੇਰ ਰਾਖੀ ਕਰ ਰਹੇ ਆ। ਉਹਨਾਂ ਦਾ ਕੋਈ ਸੰਸਕਾਰ ਕਰਨ ਲਈ ਜਿਹੜਾ ਹੈਗਾ ਮੁਗਲ ਹਕੂਮਤ ਹੈ ਜਿਹੜੀ ਉਹ ਇਜਾਜ਼ਤ ਨਹੀਂ ਦੇ ਰਹੀ। ਉਸ ਟਾਈਮ ਦੇ ਉੱਤੇ ਉਹਨਾਂ ਦੇ ਨਾਲ ਕਿਵੇਂ ਜਿਹੜਾ ਹੈਗਾ ਸੌਦੇਬਾਜ਼ੀ ਕਰਕੇ ਦੀਵਾਨ ਟੋਡਰਮਲ ਨੇ ਆਪਣੀ ਸਾਰੀ ਜਾਇਦਾਦ, ਆਪਣਾ ਸਾਰਾ ਕੁਛ ਉਸ ਤੇ ਕੁਰਬਾਨ ਕਰ ਦਿੱਤਾ। ਔਰ ਲੋਕਾਂ ਨੇ ਵੀ ਜਿਹੜਾ ਹੈਗਾ ਉਸ ਟਾਈਮ ਦੇ ਉੱਤੇ ਜਿਹੜੇ ਉਹ ਲੋਕ ਸੀ ਜਿਨ੍ਹਾਂ ਨੇ ਦੀਵਾਨ ਟੋਡਰਮਲ ਨੂੰ ਵੀ ਆ ਕੇ ਕਿਹਾ ਕਿ ਸਾਨੂੰ ਇਕੱਠੇ ਹੋ ਕੇ ਗੁਰੂ ਦੇ ਬੱਚਿਆਂ ਦੇ ਸਰੀਰ ਹੈ ਜਿਹੜੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਔਰ ਉਸ ਤੋਂ ਬਾਅਦ ਇਹ ਐਡੀ ਵੱਡੀ ਕੁਰਬਾਨੀ ਹੈ, ਸਾਨੂੰ ਉਸ ਟਾਈਮ ਨੂੰ ਜ਼ਰੂਰ ਜਦੋਂ ਹਵੇਲੀ ਦੇ ਵਿੱਚ ਆਓ ਤਾਂ ਜ਼ਰੂਰ ਲਿਆਉਣਾ ਚਾਹੀਦਾ ਕਿ ਇਹਦੀ ਤਾਂ ਆਲੀਸ਼ਾਨ ਹਵੇਲੀ ਸੀ। ਇਹ ਹਵੇਲੀ ਇਸ ਤਰ੍ਹਾਂ ਬਣਾਈ ਸੀ ਉਹਨੇ। ਤੁਹਾਨੂੰ ਮੈਂ ਇਹਦਾ ਇਤਿਹਾਸ ਵੀ ਦੱਸ ਦਿਆਂ ਕਿ ਦੀਵਾਨ ਟੋਡਰਮਲ ਦਾ ਜਹਾਜ਼, ਇਹ ਜਹਾਜ਼ਾਂ ਦੇ ਰਾਹੀਂ ਆਪਣੀ ਉਹ ਕਰਦਾ ਸੀ, ਤਜਾਰਤ ਕਰਦਾ ਸੀ। ਇਹਦਾ ਜਹਾਜ਼ ਫਸ ਗਿਆ ਸੀ ਪਾਣੀ ਦੇ ਵਿੱਚ, ਤਾਂ ਇਸ ਨੇ ਗੁਰੂ ਨੂੰ ਹੱਥ ਬੰਨ੍ਹ ਕੇ ਕਿਹਾ ਕਿ ਸੱਚੇ ਪਾਤਸ਼ਾਹ ਮੇਰਾ ਇਹ ਬਣ ਜਵੇ ਤਾਂ ਮੈਂ ਜਿਹੜਾ ਹੈਗਾ ਇਸ ਜਹਾਜ਼ ਵਰਗੀ ਇੱਕ ਹਵੇਲੀ ਹੈ ਜਿਹੜੀ ਇੱਥੇ ਬਣਾਉਂਗਾ। ਤਾਂ ਇਹ ਹਵੇਲੀ ਹੈ ਨਾ ਜਿਹੜੀ, ਇਹ ਧਰਤੀ ਤੋਂ ਥੱਲੇ ਹੈ, ਥੱਲੇ ਤੋਂ ਜਿਸ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਕੇ ਤੁਰਦਾ ਹੈ ਨਾ ਜਹਾਜ਼, ਉਸ ਤਰ੍ਹਾਂ ਥੱਲੇ ਤੋਂ ਚੱਕੀ ਵੀ ਹੈ ਧਰਤੀ ਦੇ ਤੋਂ। ਸੋ ਉਸ ਦੀ ਆਪਣੀ, ਔਰ ਖਾਸ ਤੌਰ ਤੇ ਇਹਦੀ ਜਿਹੜੀ ਕੰਸਟਰਕਸ਼ਨ ਹੈਗੀ ਆ, ਮੈਂ ਸਮਝਦਾ ਕਿ ਮਾਡਰਨ ਆਰਟ ਦੇ ਵਿੱਚ ਇਹ ਸੋਚਣਾ ਵੀ ਮੁਸ਼ਕਲ ਹੈ ਕਿ ਅੱਜ ਕੋਠੀਆਂ ਹਵੇਲੀਆਂ ਤਾਂ ਬਣਾਈਆਂ ਜਾ ਸਕਦੀਆਂ, ਪਰ ਉਸ ਟਾਈਮ ਦੇ ਵਿੱਚ ਇਹ ਤੁਸੀਂ ਦੇਖੋਗੇ ਕਿਵੇਂ ਇਹਦੇ ਪਰਲੇ ਪਾਸੇ ਇੱਕ ਖੂਹ ਸੀ ਜਿਹਦੇ ਵਿੱਚ ਉਹ ਪਾਣੀ ਹੈ ਜਿਹੜਾ ਇਹਦੀਆਂ ਕੰਧਾਂ ਦੇ ਵਿੱਚ ਕਿਵੇਂ ਗਰਮ ਠੰਡਾ ਪਾਣੀ, ਉਸ ਟਾਈਮ ਦੇ ਉੱਤੇ 에ਅਰ ਕੰਡੀਸ਼ਨਡ ਇਹ ਜਿਹੜੀ ਹਵੇਲੀ ਬਣੀ ਸੀ। ਔਰ
ਅੱਜ ਜਿਹੜੀ ਹੈਗੀ ਆ, ਅੱਜ ਦੀ ਜਿਹੜੀ ਕੰਸਟਰਕਸ਼ਨ ਹੈਗੀ ਆ, ਉਹ ਇਹਦੇ ਸਾਹਮਣੇ ਕਿਤੇ ਨਾ ਕਿਤੇ ਫਿੱਕੀ ਪੈ ਜਾਂਦੀ ਆ। ਪਰ ਜਿਹਦੀ ਇਹਦੀ ਹਾਲਤ ਦੀ ਗੱਲ ਕਰਦੇ ਆ ਐਡਵੋਕੇਟ ਸਾਹਿਬ ਜੀ, ਜਿੱਦਾਂ ਕਿ ਹੈ ਨਾ ਆਹ ਚੀਜ਼ ਨੂੰ ਜੋੜ ਲਗਾਏ ਹੋਏ ਨੇ, ਸੱਤ ਨੂੰ ਜੋੜ ਲਗਾਏ ਹੋਏ ਨੇ, ਹੈ ਨਾ, ਹਾਲਤ ਬੇਹੱਦ ਨਾਜ਼ੁਕ ਹੋ ਚੁੱਕੀ ਸੀ ਕਈ ਚਿਰਾਂ ਤੋਂ। ਹੁਣ ਜਿੱਦਾਂ ਜਿਵੇਂ ਇਹਦੀ ਹਾਲਤ ਆ, ਫਿਲਹਾਲ ਤਾਂ ਕੰਮ ਚੱਲ ਰਿਹਾ, ਪਰ ਜਿੱਦਾਂ ਕਿ ਆਪਾਂ ਕਹਿ ਦਈਏ ਹੈ ਨਾ, ਭੁਚਾਲ ਵਗੈਰਾ ਕੁਦਰਤੀ ਆਫਤ ਆ ਜਾਂਦੇ ਨੇ, ਉਸੇ ਚੀਜ਼ ਕਰਕੇ ਕਿਤੇ ਨਾ ਕਿਤੇ ਇਹਨੂੰ ਹੋਰ ਮੁਰੰਮਤ ਦੇਣ ਦੀ ਜ਼ਰੂਰਤ ਹੋਵੇ। ਬਿਲਕੁਲ ਇਹੀ ਕੋਸ਼ਿਸ਼ ਚੱਲ ਰਹੀ ਹੈਗੀ ਆ ਕਿ ਉਹ ਸੰਗਤਾਂ ਵੱਲੋਂ ਕਿ ਇਹ ਜਿਹੜੀ ਹੈਗੀ ਹੈ ਇਹਦਾ ਮੁੜ ਕੇ ਬਾਲ ਵੀ ਵਿੰਗਾ ਨਾ ਹੋਵੇ। ਬਹੁਤ ਕੁਝ ਸੋਚਿਆ ਜਾ ਰਿਹਾ, ਇੰਨੀ ਛੋਟੀ ਜੀ ਗੱਲ ਨਾਲ ਨਹੀਂ ਕਰਿਆ ਜਾ ਰਿਹਾ। ਬਹੁਤ ਕੁਝ ਸੋਚ ਕੇ ਇਹਨੂੰ ਜਿਹੜਾ ਹੈਗਾ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਥੋੜੀ ਦੇਰ ਬਾਅਦ ਇਹੀ ਸੰਗਤ ਦੁਆਰਾ ਆਊਗੀ, ਤੁਸੀਂ ਦੇਖੋਗੇ ਕਿ ਵਾਕਈ ਜਿਹੜਾ ਹੈਗਾ ਉਹ ਸੰਗਤ ਦੇ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਐਸੀ ਸੰਗਤ ਹੈ ਬਾਹਰ ਦੀ। ਆਪਾਂ ਬਾਹਰ ਗੱਲ ਕਰਦੇ ਹਾਂ ਕਿਉਂਕਿ ਨਾਲ ਹੀ ਸਾਨੂੰ ਦੱਸੀ ਜਾਓ ਜਿਹੜੀ ਚੀਜ਼ ਹੈ ਨਾ ਬਾਹਰਲੀ ਆ, ਔਰ ਜਿਸ ਤਰ੍ਹਾਂ ਦੀ ਜਿੱਦਾਂ ਕਿ ਉਹ ਨੀਹਾਂ ਨੇ ਹੈ ਨਾ, ਉਹ ਮੈਨੂੰ ਲੱਗਦਾ ਤੁਸੀਂ ਆਪਾਂ ਆਫ ਕੈਮਰੇ ਗੱਲਬਾਤ ਕਰ ਰਹੇ ਸੀਗੇ ਆਜੋ ਬਾਹਰ ਨੂੰ, ਔਰ ਜਿੱਦਾਂ ਕਿ ਉਹ ਨੀਹਾਂ ਕਮਰਿਆਂ ਦੀਆਂ ਨੇ ਜਿਹੜੇ ਢਹਿ ਚੁੱਕੇ ਨੇ, ਹੈ ਨਾ। ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਉਹ ਦੱਸਦਾ ਨਾ ਕਿ ਇਹਦਾ ਜਿਵੇਂ ਉਹ ਜਹਾਜ਼ ਉਹਦੇ ਵਿੱਚ ਦਿਖਾਇਆ ਵਾ, ਇਹਦਾ ਵਿਚਲਾ ਹਿੱਸਾ ਜਿਹੜਾ ਆਹ ਹਿੱਸਾ ਇਹ ਉੱਚਾ ਸੀ, ਉਹ ਹਿੱਸਾ ਜਿਹੜਾ ਨੀਵਾਂ ਸੀ, ਤੇ ਪਿਛਲੇ ਪਾਸੇ ਫੇਰ ਜਹਾਜ਼ ਦੀ ਤਰ੍ਹਾਂ ਜਿਹੜਾ ਹੈਗਾ ਨੀਵਾਂ ਸੀ। ਔਰ ਜਿਹੜੀ ਵੀ ਮਤਲਬ ਇਹਦੀ ਦਿੱਖ ਬਣਾਈ ਗਈ ਹੈਗੀ ਹੈ, ਇਹਦੇ ਅੰਡਰਗਰਾਉਂਡ ਕਿਸਮੇ ਕਮਰੇ ਬਣੇ ਹੋਏ ਸੀ, ਕਿਸ ਤਰ੍ਹਾਂ ਥੱਲੇ ਪੌੜੀਆਂ ਜਾਂਦੀਆਂ ਸੀ, ਇਹ ਕਮਾਲ ਦੀ ਉਹ ਹੈਗੀ। ਇਹ ਹੋਰ ਜਦੋਂ ਖੁਦਾਈ ਹੋਊਗੀ ਇਹ 'ਚੋਂ ਬਹੁਤ ਕੁਝ ਹੋਰ ਕੁਝ ਨਿਕਲ ਰਿਹਾ ਹੈਗਾ। ਜਦੋਂ ਇਹ ਸਾਰਾ ਕੁਝ ਨਿਕਲੂਗਾ ਮੈਨੂੰ ਲੱਗਦਾ ਕੰਪਲੀਸ਼ਨ ਉਦੋਂ ਹੋਊਗੀ। ਤੇ ਆਪਾਂ ਗੱਲ ਬਾਹਰ ਵੀ ਕਰਦੇ ਹਾਂ, ਇੱਕ ਖੂਹ ਦੀ ਗੱਲ ਕਰ ਰਹੇ ਸੀ, ਆਪਾਂ ਚੱਲਦੇ ਹਾਂ ਐਡਵੋਕੇਟ ਸਾਹਿਬ ਜੀ। ਬਾਹਰ ਜਿਹੜਾ ਖੂਹ ਆ ਹੈ ਨਾ, ਉਸ ਦੇ ਬਾਰੇ, ਤੇ ਇੱਕ ਜਿਹੜੀ ਪਰਲੇ ਪਾਸੇ ਸਰੋਵਰ ਆ ਹੈ ਨਾ, ਮਤਲਬ ਸਵਿਮਿੰਗ ਪੂਲ ਸਰੋਵਰ ਆ ਜਿਹੜਾ ਤੁਸੀਂ ਕਹਿ ਰਹੇ ਸੀ ਹੈ ਨਾ ਉਸ ਵਕਤ ਦਾ, ਔਰ ਬਾਥਰੂਮ ਵੀ ਆ ਹੈ ਨਾ, ਜਿਹੜੇ ਬਾਥਰੂਮ ਪੁਰਾਣੇ ਉਸ ਵਕਤ ਦੇਖਦੇ ਬਣਾਏ ਗਏ ਨੇ ਬਾਥਰੂਮ ਵਗੈਰਾ, ਉਹ ਉਸੇ ਤਰ੍ਹਾਂ ਹੀ ਬਣਾਏ ਜਾਣਗੇ ਜੀ? ਨਹੀਂ, ਇਹਦੇ 'ਚ ਬਣਾਇਆ ਕੁਝ ਨਹੀਂ ਜਾਣਾ ਹੈਗਾ ਦੇ ਨਾ। ਉਹ ਖੂਹ ਹੈ ਨਾ ਜਿਹੜਾ, ਇਸ ਕੰਧ ਤੋਂ ਪਾਰ ਉਹ ਜਿੱਥੇ ਦਰਖਤ ਦਿਖਦਾ ਉਸ ਜਗ੍ਹਾ ਤੇ ਖੂਹ ਸੀ। ਉਸ ਜਗ੍ਹਾ ਤੋਂ ਜਿਹੜਾ ਪਾਣੀ ਆ ਕੇ, ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਆਹ ਜਿਹੜੀ ਜਗ੍ਹਾ ਸੀ ਨਾ ਉਹਦੀ, ਇਹ ਰਸੋਈ ਸੀ ਜੀ। ਤੁਸੀਂ ਬੜੇ ਹੈਰਾਨ ਹੋ ਜਾਓ। ਹਾਂਜੀ ਇੱਕ ਮਿੰਟ ਜੀ, ਆਪਾਂ ਚੱਲਦੇ ਹਾਂ। ਵਾਹ ਜੀ ਵਾਹ, ਪਰਮਵੀਰ ਜੀ ਪਿੱਛੇ ਪਿੱਛੇ ਆਈ ਜਾਓ, ਆਪਾਂ ਅੰਦਰ ਚੱਲਦੇ ਹਾਂ। ਤੇ ਇੱਥੇ ਚੁੱਲ੍ਹੇ ਸੀ। ਅੱਛਾ ਜੀ। ਆ ਇਹਦੀ ਚਿਮਨੀ ਸੀ। ਚਿਮਨੀ ਜੀ। ਇਹ ਚਿਮਨੀ ਦੇ ਵਿੱਚੋਂ ਦੀ ਵੀ ਧੂਆਂ ਜਿਹੜਾ ਹੈਗਾ ਉਸ ਟਾਈਮ ਕਿਵੇਂ ਖਿਆਲ ਰੱਖਿਆ ਜਾਂਦਾ ਸੀ। ਇਸ ਦੇ ਵਿੱਚ ਆ ਜਿਹੜੀਆਂ ਹੈਗੀਆਂ ਉਹਦੀਆਂ ਅਲਮਾਰੀਆਂ ਸੀ ਜਿਨ੍ਹਾਂ ਦੇ ਵਿੱਚ ਆਪਾਂ ਸਮਾਨ ਰੱਖ ਸਕਦੇ ਹਾਂ। ਇਹ ਵੀ ਉਹਦੀ ਬਾਹਰਲੀ ਕਿਚਨ ਸੀ। ਚੁੱਲ੍ਹਾ ਬਣਿਆ ਅੰਦਰ, ਚੁੱਲ੍ਹੇ ਬਣੇ ਹੋਏ ਸੀ। ਇਹਦੀ ਜਦੋਂ ਨਾ ਇਹਨੂੰ ਖੁਦਾਈ ਕਰੀ ਤਾਂ ਇਹਦੇ ਵਿੱਚੋਂ ਰਾਖ ਨਿਕਲੀ। ਅੱਛਾ ਜੀ। ਜਿਹਦੇ ਤੋਂ ਪਤਾ ਲੱਗਦਾ। ਔਰ ਇਹ ਪਾਣੀ ਦੇ ਹੌਦ ਹੈ। ਅੱਛਾ ਜੀ। ਇਹ ਉੱਧਰ ਜੀ ਨਜ਼ਦੀਕ ਤੋਂ ਆਓ। ਖੂਹ ਸੀ, ਖੂਹ ਚੋਂ ਇੱਥੇ ਪਾਣੀ ਆਉਂਦਾ ਸੀ। ਇੱਥੋਂ ਜਿਹੜਾ ਹੈਗਾ ਦੇਖੋ ਪਾਈਪਾਂ ਰਾਹੀਂ ਜਿਹੜਾ ਹੈਗਾ ਸਾਰੀ ਬਿਲਡਿੰਗ ਦੇ ਵਿੱਚ ਘੁੰਮਦਾ ਸੀ। ਔਰ ਪਿਛਲੇ ਪਾਸੇ ਜਿਹੜਾ ਹੈਗਾ ਉਹ ਜਿਹੜਾ ਦਿਖਾ ਰਹੇ ਹੈਗੇ ਆ ਸਰੋਵਰ ਨਹੀਂ, ਉਹ ਤਾਂ ਸਵਿਮਿੰਗ ਪੂਲ ਕਹਿ ਲਓ, ਪੂਲ ਬਣਾਇਆ ਵਾ ਸੀ ਜਿਹਦੇ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਉਹ ਪਿਛਲੇ ਹਿੱਸੇ ਦੇ ਵਿੱਚ ਸੀ। ਔਰ ਤੁਸੀਂ ਇੱਕ ਹੋਰ ਦੇਖੋਗੇ, ਇੱਕ ਗੱਲ ਮੈਂ ਤੁਹਾਡੀ ਬਹੁਤ ਰੋਕ ਰਿਹਾ, ਮੈਨੂੰ ਇੱਕ ਗੱਲ, ਜਿੱਦਾਂ ਕਿ ਮੈਂ ਇਤਿਹਾਸ ਤੋਂ ਜਾਣੂ ਹੋ ਰਿਹਾ ਹੈ ਨਾ, ਆਪਾਂ ਗੱਲ ਕਰਦੇ ਹਾਂ ਉਸ ਵਕਤ ਦਾ ਕਿੰਨਾ ਰਿਚ ਮੈਨ ਹੋਵੇਗਾ ਹੈ ਨਾ। ਜੇ ਆਪਾਂ ਗੱਲ ਕਰੀਏ, ਭਾਵੇਂ ਕਿ ਇੱਥੇ ਦਾ ਜਿਹੜਾ ਵਜ਼ੀਰ ਸੀਗਾ ਔਰ ਇਸ ਸਰਹੰਦ ਦਾ ਵਜ਼ੀਰ ਖਾਨ ਆਪਦੇ ਆਪ ਨੂੰ ਕਹਿ ਰਿਹਾ ਸੀ ਨਾ ਮੈਂ ਅਮੀਰ ਹਾਂ, ਪਰ ਉੱਥੇ ਹੀ ਜਿਹੜੇ ਟੋਡਰਮਲ ਸੀ, ਭਾਵੇਂ ਕਿ ਧਰਮ ਤੋਂ ਉਹ ਜੈਨੀ ਸੀ, ਪਰ ਸਿੱਖ ਧਰਮ ਨਾਲ ਜਿੰਨਾ ਉਹਨਾਂ ਦਾ ਪਿਆਰ ਸੀ, ਜਿੰਨਾ ਉਹਨਾਂ ਦਾ ਸਤਿਕਾਰ ਸੀ, ਉਹ ਤਾਂ ਆਪਾਂ ਜਿਹੜੇ ਇਤਿਹਾਸਕਾਰ ਜਿੱਦਾਂ ਕਿ ਐਡਵੋਕੇਟ ਸਾਹਿਬ ਜੀ ਦੱਸ ਰਹੇ ਨੇ। ਪਰ ਉੱਥੇ ਹੀ ਜਿਵੇਂ ਮੈਂ ਹਵੇਲੀ ਦੇ ਦਰਸ਼ਨ ਕੀਤੇ ਨੇ, ਪਰ ਉੱਥੇ ਪਤਾ ਲੱਗਦਾ ਵੀ ਉਹ ਉਸ ਵਕਤ ਦਾ ਪੂਰਾ ਰਿਚ ਮੈਨ ਸੀਗਾ ਜੀ। ਉਹ ਬਿਲਕੁਲ ਤੁਹਾਨੂੰ ਮੈਂ ਉਹੀ ਦੱਸ ਰਿਹਾ ਨਾ ਕਿ ਉਹ ਜਹਾਜ਼ਾਂ ਦੇ ਨਾਲ ਵਪਾਰ ਕਰਦਾ ਸੀ। ਸਮੁੰਦਰੀ ਜਹਾਜ਼ਾਂ ਨਾਲ ਉਹ ਵਪਾਰ ਕਰਦੇ ਸੀ। ਛੋਟੇ ਬੇੜੇ ਹੋਣਗੇ ਉਸ ਟਾਈਮ ਦੇ ਮੁਤਾਬਕ, ਤੇ ਬਹੁਤ ਰਿਚ ਆਦਮੀ ਸੀ ਜਿਸ ਨੇ ਇਹ ਜਿਹੜੀ ਹੈਗੀ ਆ ਹਵੇਲੀ ਬਣਾਈ ਸੀ। ਔਰ ਹਵੇਲੀ ਹੈ ਜਿਹੜੀ, ਇਹ ਤੁਸੀਂ ਕੱਲੀ ਚੀਜ਼ ਦੇਖੋਗੇ ਨਾ ਬਾਹਰਲੇ ਪਾਸੇ, ਅੱਜ ਜਿਹੜੇ ਕਾਬੋਰਡ ਬਣਾਏ ਜਾਂਦੇ ਕਿਵੇਂ ਉੱਪਰ ਕਾਬੋਰਡ ਬਣੇ ਹੋਏ ਹੈਗੇ ਆ, ਪਰ ਜਿੱਥੇ ਤੱਕ ਜਿਹੜੀ ਦੁੱਖ ਦੀ ਗੱਲ ਪਤਾ ਕੀ ਹੈਗੀ ਆ ਕਿ ਜਿਸ ਵਿਅਕਤੀ ਦੇ ਵੀ ਇਹ ਕੋਲ ਹੋਊਗੀ, ਜਿਹਦੇ ਵੀ ਕਬਜ਼ੇ 'ਚ ਹੋਊਗੀ, ਉਸ ਬੰਦੇ ਨੇ ਕੋਈ ਕਸਰ ਨਹੀਂ ਛੱਡੀ। ਇਹਦੇ ਉੱਪਰਲੇ ਪਾਸੇ ਘਾਣ ਮਾਰ ਕੇ ਤੋੜਨ ਦੀ ਵੀ ਕੋਸ਼ਿਸ਼ ਕੀਤੀ ਵੀ ਆ। ਮਤਲਬ ਸਾਡੀ ਜਿਹੜੀ ਹੈਗੀ, ਸਾਡਾ ਜਾਤੀ ਜਿਹੜਾ ਲਾਲਚ ਹੈਗਾ ਉਹ ਕਿੱਥੇ ਤੱਕ ਸਾਡੇ ਤੇ ਹਾਵੀ ਹੋ ਜਾਂਦਾ ਹੈ। ਅਸੀਂ ਪੁਰਾਣੀਆਂ ਵਿਰਾਸਤਾਂ ਨੂੰ ਵੀ ਜਿਹੜਾ ਹੈਗਾ ਖਤਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਹਮੇਸ਼ਾ। ਅਸੀਂ ਕਹਿੰਦੇ ਸਾਡੀ ਤੂੜੀ ਤਾਂ ਬਚ ਜਵੇ ਇਹਦੇ ਵਿੱਚ ਪਾ ਕੇ, ਤੇ ਜਿਹਨੇ ਸਾਹਿਬਜ਼ਾਦਿਆਂ ਲਈ ਇੰਨਾ ਕੁਛ ਕੀਤਾ ਉਹਦਾ ਬਚੇ ਚਾਹੇ ਨਾ ਬਚੇ।
ਇਹ ਬੜੀ ਸ਼ਰਮ ਦੀ ਵੀ ਗੱਲ ਆ ਹਨਾ ਬਿਲਕੁਲ ਜੀ। ਔਰ ਆਪਾਂ ਅੱਗੇ ਚੱਲਦੇ ਹਾਂ, ਜਿਹੜਾ ਅੱਗੇ ਦਾ ਇਤਿਹਾਸ ਆ ਉਹ ਵੀ ਸਿੱਖ ਸੰਗਤ ਜੀ ਮੈਂ ਤੁਹਾਡੇ ਨਾਲ ਬਾਅਦ ਚ ਔਰ ਅੱਗੇ ਦੇ ਵੀ ਆਪਾਂ ਸਿੱਖ ਸੰਗਤ ਨਾਲ ਮੈਂ ਸਾਂਝਾ ਕਰਾਂਗਾ ਜਿਸ ਤਰ੍ਹਾਂ ਦੇ ਜਿਹੜੇ ਇੱਥੇ ਦੇ ਇਹ ਰਸੋਈ ਦਾ ਸਟੋਰ ਬਣਿਆ ਵਾ ਸੀ ਪਿਛਲੇ ਪਾਸੇ ਜੀ ਠੀਕ ਹੈ ਨਹੀਂ ਹਾਂਜੀ ਤੇ ਆ ਫਿਰ ਆਪਾਂ ਬਾਹਰਲੇ ਪਾਸੇ ਆ ਜਾਂਦੇ ਆ ਜੀ ਤੇ ਇਹ ਸਾਰਾ ਜਿਹੜਾ ਏਰੀਆ ਹੈਗਾ ਇੱਥੇ ਤੋਂ ਤੁਸੀਂ ਦੇਖੋ ਉੱਪਰ ਨੂੰ ਇਹ ਅਸੀਂ ਜਿਹੜਾ ਕੀਤਾ ਹੈ, ਇਹ ਸਿਰਫ ਇਹਨੂੰ ਸਫਾਈ ਕਰ ਰਹੇ ਹਾਂ ਅਸੀਂ ਜਿਵੇਂ ਜਿਵੇਂ ਸਰਕਾਰ ਕਹਿੰਦੀ ਹੈ ਜਿਸ ਤਰ੍ਹਾਂ ਕਿਉਂਕਿ ਇਹਦੇ ਤੇ ਕਾਈ ਲੱਗ ਚੁੱਕੀ ਹੈ ਤੇ ਤੂੰ ਚੱਲ ਅੱਗੇ। ਹਾਂ ਅੱਛਾ ਇੱਕ ਗੱਲ ਹੋਰ ਐਡਵੋਕੇਟ ਸਾਹਿਬ ਜੀ, ਜਿੱਦਾਂ ਕਿ ਪਰਮ ਜੀ ਅੱਗੇ ਚਲੋ ਤੁਸੀਂ, ਮੈਂ ਕਹਿੰਦਾ ਅੱਗੇ ਤੋਂ, ਕਿਉਂਕਿ ਆਪਾਂ ਜਿੱਦਾਂ ਤੁਸੀਂ ਇਹ ਜਿੱਦਾਂ ਨਾ ਆਪਾਂ ਕਹਿ ਦਿੰਦੇ ਆ ਸਿੰਪਲ ਪੰਜਾਬੀ ਦੇ ਵਿੱਚ ਇਹ ਪਲਾਸਟਰ ਨੂੰ ਲਾਇਆ ਜਾ ਰਿਹਾ ਹੈ ਨਾ ਉਸ ਵਕਤ, ਕਿਉਂਕਿ ਨਹੀਂ ਲਾਇਆ ਨਹੀਂ ਜਾ ਰਿਹਾ। ਅਸੀਂ ਕੁਝ ਨਹੀਂ ਕਰਨਾ, ਅਸੀਂ ਕੋਈ ਪਲਾਸਟਰ ਨਹੀਂ ਲਾਉਣਾ ਹੈਗਾ। ਇਹ ਪਹਿਲਾਂ ਹੀ ਲਿਆ ਵਾ ਸੀ, ਅਸੀਂ ਜਿੱਥੇ ਜਿੱਥੇ ਪਲਾਸਟਰ ਹੈਗਾ ਉਸ ਤਰ੍ਹਾਂ ਹੀ ਹੈ। ਇਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਕਿ ਲਾਸਟ ਦੇ ਉੱਪਰ ਜਿਹੜਾ ਕਮਰਾ ਹੈ ਉਸ ਕਮਰੇ ਦੇ ਵਿੱਚ ਵੀ ਇਹਦੇ ਤੇ ਮੀਨਾਕਾਰੀ ਕਿੰਨੀ ਕਰੀ ਗਈ। ਉੱਥੇ ਇੱਕ ਚੌਪੜ ਜਿਹੜੀ ਹੁੰਦੀ ਆ ਉਸ ਦੀ ਉਹ ਬਣੀ ਵੀ ਆ ਜਿਹੜੀ ਕਿ ਉਹਦੇ ਵਿੱਚ ਬੈਠ ਕੇ ਜਾਂ ਤਾਂ ਖੇਡਦੇ ਹੋਣਗੇ, ਚੌਪੜ ਖੇਡਦੇ ਹੋਣਗੇ। ਬੜੇ ਵਧੀਆ ਤਰੀਕੇ ਦੀ ਉੱਪਰ ਮੀਨਾਕਾਰੀ ਕਰੀ ਵੀ ਆ। ਮੈਂ ਤੁਹਾਨੂੰ ਹੋਰ ਦਿਖਾਉਣਾ ਇੱਕ ਚੀਜ਼। ਹਾਂਜੀ ਆਹ ਦੇਖੋ, ਇਹ ਅੱਧੀ ਟੁੱਟੀ ਹੋਈ ਅਲਮਾਰੀ ਆ। ਅੱਛਾ ਜੀ, ਇਸ ਦਾ ਸਬੂਤ ਦੂਜੀ ਅਲਮਾਰੀ ਇਹਦੇ ਦੂਸਰੇ ਪਾਸੇ ਉਹ ਦਿਖਾਈ ਵੀ ਆ। ਮਤਲਬ ਜਿਸ ਤਰ੍ਹਾਂ ਅੱਜ ਅਸੀਂ ਕਾਬੋਰਡ ਬਣਾਉਨੇ ਆ ਨਾ, ਇਹ ਉਸ ਤਰ੍ਹਾਂ ਹੀ ਬਣੇ ਹੋਏ ਆ। ਇਹ ਕਿਵੇਂ ਡਾਟਾਂ ਇੱਕ ਦੂਸਰੇ ਦੇ ਨਾਲ ਭਿੜ ਕੇ ਮਿਲਦੀਆਂ ਸੀ। ਇਹ ਸਾਰੀਆਂ ਡਾਟਾਂ ਜਿਹੜੀਆਂ ਨਾ ਇਹ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਸਮੇਂ ਨੇ ਇਹਨਾਂ ਨੂੰ ਡੈਮੇਜ ਕਰਤਾ। ਪਰ ਇੱਕ ਗੱਲ ਇਹ ਵੀ ਦਿਮਾਗ 'ਚ ਆਉਂਦੀ ਆ, ਉਸ ਵਕਤ ਜਿਹੜੇ ਆਰਟੀ ਜਾਂ ਉਸ ਵਕਤ ਜਿਹੜੇ ਬਣਾਉਣ ਵਾਲੇ ਸੀ ਹਨਾ, ਮਿਸਤਰੀ ਸੀ ਜਾਂ ਦਿਮਾਗ ਲਵਾਉਣ ਵਾਲੇ, ਉਹਨਾਂ ਦਾ ਦਿਮਾਗ ਕਿੰਨਾ ਉਸ ਵਕਤ ਹਨਾ ਕਹਿ ਸਕਦੇ ਆ ਵੀ ਅੱਜ ਦੀ ਜਿਹੜੀ ਆਪਾਂ ਕਹਿ ਦਿੰਦੇ ਆ ਨਾ ਇੰਜੀਨੀਅਰ ਨੇ ਜਿਹੜੇ, ਉਹਨਾਂ ਦੇ ਦਿਮਾਗਾਂ ਨਾਲੋਂ 100 ਗੁਣਾ ਮੇਰੇ ਹਿਸਾਬ ਦੇ ਨਾਲ ਜਿਹੜੇ ਹਿਸਾਬ ਨਾਲ ਉਹਦਾ ਕਾਰਾਗਰੀ ਕੀਤੀ ਆ ਹਨਾ, ਤੁਸੀਂ ਕਹਿ ਸਕਦੇ ਹੋ, ਮੇਰੇ ਕੋਲ ਲਫ਼ਜ਼ ਨਹੀਂ। ਦੇਖੋ ਇਹ ਸਾਰੀ ਦੀ ਸਾਰੀ ਹਵੇਲੀ ਆ ਜਿਹੜੀ ਛੋਟੀ ਇੱਟ ਦੀ ਬਣੀ ਵੀ ਆ। ਇਹਦੇ ਵਿੱਚ 1 ਕਿਲੋ ਵੀ ਸੋਨਾ ਨਹੀਂ ਆਪਣਾ ਲੋਹਾ ਨਹੀਂ ਵਰਤਿਆ ਗਿਆ। ਨੰਬਰ 3 ਇਹਦੇ ਤੇ ਕੋਈ ਸੀਮੈਂਟ ਨਹੀਂ ਵਰਤਿਆ ਗਿਆ। ਇਸ ਦੇ ਵਿੱਚ ਚੂਨਾ ਔਰ ਜਿਹੜੀ ਹੈਗੀ ਆ ਨਾ ਇਹਨੂੰ ਕਹਿੰਦੇ ਆ ਇੱਟਾਂ ਦੀ ਬਰੀਕ ਕਰਕੇ, ਜਿਸ ਤਰ੍ਹਾਂ ਉਹ ਅਸੀਂ ਬਣਾ ਰਹੇ ਹਾਂ ਹੁਣ, ਉਹ ਰਾਖ ਇਹਨੂੰ ਰਲਾ ਕੇ ਚੂਨੇ ਦੇ ਵਿੱਚ ਇਹਦਾ ਇਸ ਹਿਸਾਬ ਨਾਲ ਇਹਦਾ ਮਟੀਰੀਅਲ ਬਣਾਇਆ ਜਾਂਦਾ, ਇੰਨਾ ਪੱਕਾ ਹੋ ਜਾਂਦਾ ਕਿ ਉਹ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਕਿ ਉਹ ਉਤਰਿਆ ਨਹੀਂ ਹਾਲੇ ਤੱਕ, ਹੈ ਨਾ। ਤੇ ਉਹ ਇੱਥੇ ਵੀ ਜਿੱਥੇ ਜਿੱਥੇ ਤੁਸੀਂ ਦੇਖੋਗੇ ਉਵੇਂ ਦਾ ਉਵੇਂ ਹੀ ਹੈਗਾ। ਔਰ ਇੱਕ ਆਖਰੀ ਆਪਣਾ ਰਹਿ ਗਿਆ ਖੂਹ, ਔਰ ਖੂਹ ਦੀ ਗੱਲ ਕਰਨੀ ਆ ਪਲਾਸਟ, ਕੋਈ ਇਹਦੇ ਨਾਲ ਤਾਲੁਕ ਨਹੀਂ ਹੈਗਾ। ਖੂਹ ਇਹਦਾ ਜਿਹੜਾ ਹੈਗਾ ਇੱਕੋ ਇੱਕ ਸੀ, ਉਹ ਜਗ੍ਹਾ ਦੇ ਉੱਤੇ ਸੀ। ਉਹ ਵੀ ਉਹਦਾ ਵੀ ਨਿਰਮਾਣ ਦੁਬਾਰਾ ਕਰਵਾਇਆ ਜਾਵੇਗਾ ਜੀ। ਉਹ ਕਿਉਂਕਿ ਉਹ ਲੋਕਾਂ ਦੇ ਕਿਸੇ ਦੀ ਜ਼ਮੀਨ ਦੇ ਵਿੱਚ ਹੈ, ਕਿਸੇ ਦੇ ਕਬਜ਼ੇ ਦੇ ਵਿੱਚ ਹੈ। ਇਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਾਂਗੇ ਕਿ ਕਿਸ ਤਰ੍ਹਾਂ ਕੀ ਕੀਤਾ ਜਾ ਸਕਦਾ। ਪਰ ਜਿਹੜਾ ਉਹ ਖੂਹ ਆ ਉਸੇ ਤਰ੍ਹਾਂ ਹੈ ਜੀ? ਨਹੀਂ, ਉਹ ਤਾਂ ਸਮੇਂ ਦੇ ਹਿਸਾਬ ਦੇ ਨਾਲ, ਬਾਕੀ ਤੁਹਾਨੂੰ ਇੰਜੀਨੀਅਰ ਸਾਹਿਬ ਹੈ ਸਾਡੇ, ਇਹ ਦੱਸ ਦੇਣਗੇ। ਇਹ ਤਾਂ ਸਮੇਂ ਦੇ ਨਾਲ ਨਾ ਜਿਹੜਾ ਹੈਗਾ ਬਹੁਤ ਕੁਝ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੋਕਾਂ ਨੇ ਤੂੜੀ ਪਾ ਲਈ, ਹੈ ਨਾ, ਲੋਕਾਂ ਨੇ ਮੱਝਾਂ ਬੰਨ ਲਈਆਂ। ਲੋਕਾਂ ਨੇ ਇਹ ਨਹੀਂ ਸੋਚਿਆ ਕਿ ਸਾਡੀ ਧਰੋਹਰ ਹੈ। ਲੋਕਾਂ ਨੇ ਕਿਹਾ ਸਾਡੀ ਤੂੜੀ ਨਾ ਭੇਜੀ ਜਾਵੇ। ਇਹ ਇੱਕ ਬਹੁਤ ਵੱਡੀ ਚੋਟ ਸਾਡੇ ਸਮਾਜ ਦੇ, ਸਾਡੇ ਲਾਲਚ ਤੇ ਹੈ। ਹਾਂ, ਤੇ ਤੁਸੀਂ ਇਤਿਹਾਸ ਦੇ ਨਾਲ ਸਾਨੂੰ ਜਾਣੂ ਕਰਵਾਇਆ, ਮੈਂ ਤੁਹਾਡਾ ਵੀ ਸਵਾਗਤ ਕਰਦਾ। ਤੁਸੀਂ ਵੀ ਬੜੀ ਬਰੀਕੀ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਆ ਸਿੱਖ ਸੰਗਤ ਨੂੰ। ਮੈਂ ਕਹਿਣਾ ਇੱਕ ਵਾਰ ਜਦੋਂ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੇ ਆਵੋਗੇ ਨਾ, ਤਾਂ ਜ਼ਰੂਰ ਇੱਕ ਵਾਰ ਇਸ ਹਵੇਲੀ ਦੇ ਦਰਸ਼ਨ ਕਰਿਓ, ਕਿਉਂਕਿ ਜਿਹੜਾ ਭਾਈ ਟੋਡਰਮਲ ਦਾ ਜਿਹੜਾ ਆਪਣੇ ਤੇ ਮੁੱਲ ਆ ਉਹ ਤਾਂ ਆਪਾਂ ਉਤਾਰ ਨਹੀਂ ਸਕਦੇ, ਪਰ ਉਹ ਇੱਕ ਵਾਰ ਆਇਓ ਜ਼ਰੂਰ। ਥੋੜ੍ਹੀ ਜਿਹੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਇਸ ਨੂੰ ਨਵੀਂ ਦਿੱਖ ਦੇਣ ਦੀ। ਇਸ ਨੂੰ ਜਹਾਜ਼ ਹਵੇਲੀ ਕਹਿੰਦੇ ਨੇ, ਔਰ ਉਸ ਨੂੰ ਦੁਬਾਰਾ ਉਸੇ ਤਰ੍ਹਾਂ ਇਸ ਦਾ ਨਿਰਮਾਣ ਕਰਵਾਇਆ ਜਾਵੇਗਾ। ਔਰ ਸ਼੍ਰੋਮਣੀ ਕਮੇਟੀ ਔਰ ਸਿੱਖ ਸੰਗਤ ਤੇ ਕੁਝ ਵਿਦੇਸ਼ਾਂ ਦੀ ਸੰਗਤ ਜਿਹੜੀ ਆ ਰਲ ਕੇ ਇਸ ਹਵੇਲੀ ਦਾ ਦੁਬਾਰਾ ਨਿਰਮਾਣ ਕਰ ਰਹੀ ਆ। ਔਰ ਬੀਤੇ ਦਿਨਾਂ ਦੇ ਵਿੱਚ ਹੋ ਸਕਦਾ ਕੁਝ ਕੁ ਸਾਲ ਲੱਗ ਜਾਣ, ਪਰ ਜ਼ਰੂਰ ਇਸ ਹਵੇਲੀ ਨੂੰ ਇੱਕ ਨਈ ਦਿੱਖ ਦਿੱਤੀ ਜਾਵੇਗੀ। ਪਰ ਉਸੇ ਤਰ੍ਹਾਂ ਜਿੰਨੀਆਂ ਵੀ ਫਤਿਹਗੜ੍ਹ ਸਾਹਿਬ ਦੀਆਂ ਵਿਰਾਸਤ ਜਗ੍ਹਾ ਨੇ, ਸਥਾਨ ਨੇ, ਉਹਨਾਂ ਨੂੰ ਦੁਬਾਰਾ ਹੁਣ ਸਾਂਭ ਸੰਭਾਲ ਦਾ ਕੰਮ ਸ਼ੁਰੂ ਹੋ ਚੁੱਕਿਆ। ਸੋ ਇਹ ਹੈ ਉਸ ਟੋਡਰਮਲ ਦੀ ਹਵੇਲੀ ਜਿਹਨੇ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਦੇਹਾਂ ਸੀ ਸੰਸਕਾਰ ਕੀਤਾ ਸੀ। ਹੁਣ ਉੱਥੇ ਬੜਾ ਹੀ ਸੋਹਣਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਆ। ਔਰ ਹੁਣ ਜਦੋਂ ਵੀ ਤੁਸੀਂ ਸ੍ਰੀ ਫਤਿਹਗੜ੍ਹ ਸਾਹਿਬ ਆਵੋ ਤਾਂ ਇੱਕ ਵਾਰ ਜ਼ਰੂਰ ਇਸ ਜਹਾਜ਼ ਹਵੇਲੀ ਦੇ ਦਰਸ਼ਨ ਜ਼ਰੂਰ ਕਰਿਓ।
ਸੋ ਮੈਨੂੰ ਦਿਓ ਇਜਾਜ਼ਤ, ਧੰਨਵਾਦ।